ਅਸੀਂ ਵੱਡੇ ਭਾਗਾਂ ਨਾਲ ਗੁਰੂ ਸਾਹਿਬ ਦਾ ਹੁਕਮਨਾਮਾ ਮੰਨਦੇ ਹਾਂ। ਹੁਕਮਨਾਮੇ ਵਿੱਚ ਗੁਰੂ ਸਾਹਿਬ ਦੇ ਉਪਦੇਸ਼ ਹੁੰਦੇ ਹਨ। ਹੁਕਮਨਾਮੇ ਦੀ ਵਿਆਖਿਆ ਕਰਦਿਆਂ ਇਹ ਦੇਖਣਾ ਜ਼ਰੂਰੀ ਹੁੰਦਾ ਹੈ ਕਿ ਗੁਰੂ ਸਾਹਿਬ ਦੇ ਉਪਦੇਸ਼ਾਂ ਨੂੰ ਉਵੇਂ ਸਮਝਿਆ ਜਾਏ ਜਿਵੇਂ ਗੁਰੂ ਸਾਹਿਬ ਸਾਨੂੰ ਸਮਝਣ ਲਈ ਨਿਰਦੇਸ਼ ਕਰ ਰਹੇ ਹਨ। ਇਸ ਕਰਕੇ ਹੁਕਮਨਾਮੇ ਦੀ ਵਿਆਖਿਆ ਕਰਦਿਆਂ ਪਹਿਲਾ ਮਹੱਤਵਪੂਰਨ ਨੁਕਤਾ ਇਹ ਹੈ ਕਿ ਕਿਵੇਂ ਸਮਝਿਆ ਜਾਏ। ਦੂਜਾ ਮਹੱਤਵਪੂਰਨ ਨੁਕਤਾ, ਵਿਆਖਿਆ ਕਰਦਿਆਂ ਸਾਨੂੰ ਹੁਕਮਨਾਮੇ ਵਿੱਚ ਇਹ ਪਤਾ ਹੋਣਾ ਚਾਹੀਦਾ ਹੈ ਕਿ ਹੁਕਮਨਾਮੇ ਵਿੱਚ ਗੁਰੂ ਸਾਹਿਬ ਦੇ ਉਪਦੇਸ਼ ਕਿੰਨੇ ਹਨ। ਤਾਂ ਦੂਜਾ ਮਹੱਤਵਪੂਰਨ ਨੁਕਤਾ ਹੈ ਕਿ ਕਿੰਨੇ। ਜਦੋਂ ਅਸੀਂ ਵਿਆਖਿਆ ਕਰਦੇ ਹਾਂ ਤਾਂ ਸਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ ਕਿ ਇਸ ਹੁਕਮਨਾਮੇ ਵਿੱਚ ਗੁਰੂ ਸਾਹਿਬ ਦੇ ਉਪਦੇਸ਼ ਕਿਹੜੇ ਹਨ। ਤਾਂ ਇਉਂ ਸੰਗਤਾਂ ਦੇ ਨਾਲ ਸਾਂਝ ਪਾਉਂਦਿਆਂ ਹੁਕਮਨਾਮੇ ਨੂੰ ਸਮਝਦਿਆਂ ਸਾਡੇ ਪਾਸ 3 ਮਹੱਤਵਪੂਰਨ ਨੁਕਤੇ ਹੁਕਮਨਾਮੇ ਵਿੱਚੋਂ ਆਉਣੇ ਚਾਹੀਦੇ ਹਨ। ਉਪਦੇਸ਼ ਕਿਵੇਂ ਸਮਝੀਏ, ਉਪਦੇਸ਼ ਕਿੰਨੇ ਹਨ ਤੇ ਉਪਦੇਸ਼ ਕਿਹੜੇ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਵਿਚਾਰਨ ਲਈ ਕਿ ਹੁਕਮਨਾਮੇ ਦੇ ਉਪਦੇਸ਼ਾਂ ਨੂੰ ਕਿਵੇਂ ਸਮਝਣਾ ਹੁੰਦਾ ਹੈ, ਉਪਦੇਸ਼ ਕਿੰਨੇ ਹੁੰਦੇ ਹਨ ਤੇ ਉਪਦੇਸ਼ ਕਿਹੜੇ ਹੁੰਦੇ ਹਨ, ਆਓ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਦਾ ਇੱਕ ਹੁਕਮਨਾਮਾ 17 ਅਕਤੂਬਰ 2023 ਦਾ ਇਹ ਵਿਚਾਰਦੇ ਹਾਂ। ਇਹ ਤਨਾਸਰੀ ਰਾਗ ਦੇ ਅਧਿਆਇ ਵਿੱਚੋਂ ਇਹ ਤੀਜੇ ਪਾਤਸ਼ਾਹ ਦਾ ਹੁਕਮਨਾਮਾ ਹੈ। ਹਮ ਭੀਖਕ ਭੇਖਾਰੀ ਤੇਰੇ, ਤੂੰ ਨਿਜ ਪਤ ਹੈ ਦਾਤਾ, ਹੋ ਦਇਆਲ ਨਾਮ ਦੇਹੋ ਮੰਗਤ ਜਨ ਕਾਉ, ਸਦਾ ਰਹੋ ਰੰਗ ਰਾਤਾ। ਤੋ ਇਸ ਹੁਕਮਨਾਮੇ ਦੀ ਅਸੀਂ ਵਿਚਾਰ ਕਰਾਂਗੇ। ਸਭ ਤੋਂ ਪਹਿਲਾਂ ਇਹ ਨਿਰਧਾਰਤ ਕਰਨਾ ਹੁੰਦਾ ਹੈ ਕਿ ਹੁਕਮਨਾਮਾ ਇੱਕ ਸ਼ਬਦ ਹੈ ਜਾਂ ਛੰਦ ਹੈ ਜਾਂ ਵਾਰ ਹੈ। ਇਸ ਵੀਡੀਓ ਨੂੰ ਛੋਟਾ ਰੱਖਣ ਲਈ ਅਸੀਂ ਇਹ ਸਾਂਝ ਪਾ ਲੈਂਦੇ ਹਾਂ ਕਿ ਇਹ ਇੱਕ ਸ਼ਬਦ ਹੈ। ਪਰ ਇਹ ਸ਼ਬਦ ਹੈ ਕਿਵੇਂ? ਇਹ ਸ਼ਬਦ ਇਸ ਕਰਕੇ ਹੈ ਕਿਉਂਕਿ 999 ਅੰਕ ਤੇ ਗੁਰੂ ਸਾਹਿਬ ਨੇ ਇੱਕ ਸਿਰਲੇਖ ਲਿਖ ਕੇ ਇਹ ਸ਼ਬਦ ਹੁੰਦਾ ਹੈ। ਉਹਦੇ ਥੱਲੇ 4 ਪਦੇ ਲਿਖੇ ਹਨ। ਇਹ 4 ਪਦੇ ਅਤੇ ਰਹਾਉ ਦਾ ਪਦਾ। ਇਸ ਤੋਂ ਬਾਅਦ ਲਿਖਿਆ ਗੁਰੂ ਸਾਹਿਬ ਨੇ ਏਕਾ। ਇਹ ਏਕਾ ਦਰਸਾਉਂਦਾ ਹੈ ਕਿ ਇੱਥੇ ਤੱਕ ਸਾਰਾ ਸ਼ਬਦ ਹੈ। ਇਉਂ ਗੁਰਬਾਣੀ ਦਾ ਸ਼ਬਦ ਪਦਾਂ ਦਾ ਸਮੂਹ ਹੁੰਦਾ ਹੈ, ਜਦ ਕਿ ਪੰਜਾਬੀ, ਹਿੰਦੀ ਤੇ ਹੋਰ ਭਾਸ਼ਾਵਾਂ ਦਾ ਸ਼ਬਦ ਅੱਖਰਾਂ ਦਾ ਸਮੂਹ ਹੁੰਦਾ ਹੈ। ਇਸ ਕਰਕੇ ਸ਼ਬਦ ਹੋਰ ਹੁੰਦਾ ਹੈ, ਸ਼ਬਦ ਹੋਰ ਹੁੰਦਾ ਹੈ। ਇਹ ਹੁਕਮਨਾਮਾ ਇਹ ਸ਼ਬਦ ਇਸ ਲਈ ਹੈ ਕਿਉਂਕਿ ਹੁਕਮਨਾਮੇ ਵਿੱਚ ਵੀ 3 ਪਦੇ ਹਨ ਔਰ ਇੱਕ ਰਹਾਉ ਦਾ ਪਦਾ ਹੈ। ਔਰ ਸਾਰੇ ਹੁਕਮਨਾਮੇ ਤੋਂ ਬਾਅਦ ਉਸੇ ਤਰ੍ਹਾਂ ਏਕੇ ਦੇ ਨਾਲ ਇਹ ਦਰਸਾਇਆ ਹੈ ਕਿ ਇੱਥੇ ਤੱਕ ਇਹ ਸਾਰਾ ਸ਼ਬਦ ਹੈ। ਇਉਂ ਸਾਨੂੰ ਹੁਣ ਇਹ ਪਤਾ ਲੱਗ ਚੁੱਕਾ ਹੈ ਕਿ ਜਿਸ ਹੁਕਮਨਾਮੇ ਦੀ ਅਸੀਂ ਵਿਚਾਰ ਕਰਨ ਲੱਗੇ ਹਾਂ, ਇਹ ਹੁਕਮਨਾਮਾ ਗੁਰਬਾਣੀ ਦਾ ਇੱਕ ਸ਼ਬਦ ਹੈ। ਹੁਣ ਅਸੀਂ ਇਹ ਦੇਖਣਾ ਹੁੰਦਾ ਹੈ ਕਿ ਇਸ ਦੇ ਸਿਰਲੇਖ ਵਿੱਚ ਕਿਸੇ ਘਰ ਦੇ ਪ੍ਰਕਾਰ ਦਾ ਜ਼ਿਕਰ ਹੈ ਕਿ ਨਹੀਂ ਹੈ। ਘਰ ਦੇ ਪ੍ਰਕਾਰ ਦੇ ਨਾਲ 2 ਗੱਲਾਂ ਹੋਰ ਜੁੜੀਆਂ ਹੋਈਆਂ ਹਨ। ਜੇ ਘਰ ਦਾ ਪ੍ਰਕਾਰ ਸੁਸ਼ੋਭਿਤ ਹੋਏਗਾ ਤਾਂ ਇਸ ਦੇ ਨਾਲ ਸੰਖੇਪ ਮੰਗਲਾਚਰਨ ਵੀ ਸੁਭਾਇਮਾਨ ਹੋਏਗਾ। ਔਰ ਇਹ ਵਾਲਾ ਸ਼ਬਦ ਸ਼ਬਦਾਂ ਦੀ ਗਿਣਤੀ ਵਿੱਚ ਸਭ ਤੋਂ ਪਹਿਲੇ ਨੰਬਰ ਤੇ ਹੋਏਗਾ, ਭਾਵ ਇਸ ਸ਼ਬਦ ਦੀ ਗਿਣਤੀ ਵਿੱਚ ਏਕਾ ਹੋਏਗਾ। ਆਓ ਹੁਕਮਨਾਮੇ ਵਾਲੇ ਸ਼ਬਦ ਨੂੰ ਦੇਖਦੇ ਹਾਂ। ਹੁਕਮਨਾਮੇ ਵਾਲੇ ਸ਼ਬਦ ਦੇ ਸਿਰਲੇਖ ਵਿੱਚ ਘਰ ਚੌਥਾ ਸੁਭਾਇਮਾਨ ਹੈ। ਘਰ ਚੌਥੇ ਦੇ ਨਾਲ ਸੰਖੇਪ ਮੰਗਲਾਚਰਨ ਵੀ ਸੁਭਾਇਮਾਨ ਹੈ। ਤੇ ਇਸ ਸ਼ਬਦ ਦੀ ਹੁਣ ਅਸੀਂ ਗਿਣਤੀ ਦੇਖੀਏ ਤਾਂ ਗਿਣਤੀ ਵਿੱਚ ਏਕਾ ਸੁਭਾਇਮਾਨ ਹੈ। ਤਾਂ ਇਸ ਦੇ ਨਾਲ ਹੁਣ ਸਾਰਾ ਕੁਝ ਆ ਗਿਆ ਹੈ। ਘਰ ਦਾ ਪ੍ਰਕਾਰ ਹੀ ਤਾਂ ਸਾਨੂੰ ਇਹ ਦਰਸਾਉਂਦਾ ਹੈ ਕਿ ਇਸ ਹੁਕਮਨਾਮੇ ਨੂੰ ਸਮਝਣ ਦਾ ਢੰਗ ਕੀ ਹੈ। ਇਸ ਨੂੰ ਚੌਥੇ ਘਰ ਵਿੱਚ ਭਾਵ ਚੌਥੇ ਢੰਗ ਨਾਲ ਸਮਝਣਾ ਹੈ। ਗੁਰੂ ਸਾਹਿਬ ਦੇ ਉਪਦੇਸ਼ਾਂ ਨੂੰ ਸਮਝਣ ਦਾ ਚੌਥਾ ਢੰਗ ਕੀ ਹੁੰਦਾ ਹੈ ਕਿ ਇੱਕ ਪਤੇ ਵਿੱਚ 4 ਘਰ ਹੋਣਗੇ। ਘਰ ਦਾ ਮਤਲਬ ਕੀ ਹੁੰਦਾ ਹੈ? ਘਰ
ਸਾਰੇ ਉਪਦੇਸ਼ ਦਾ ਇੱਕ ਭਾਗ ਹੁੰਦਾ ਹੈ, ਪਰ ਇੱਕ ਭਾਗ ਵੀ ਅਜਿਹਾ ਹੁੰਦਾ ਹੈ ਜਿਹੜਾ ਆਪਣੇ ਆਪ ਵਿੱਚ ਇੱਕ ਮੁਕੰਮਲ ਬਾਤ ਕਰ ਰਿਹਾ ਹੁੰਦਾ ਹੈ, ਇੱਕ ਮੁਕੰਮਲ ਵਿਸ਼ਾ ਹੁੰਦਾ ਹੈ। ਇਸ ਸਿਰਲੇਖ ਤੋਂ ਸਾਨੂੰ ਇਸ ਹੁਕਮਨਾਮੇ ਦੇ ਉਪਦੇਸ਼ਾਂ ਨੂੰ ਸਮਝਣ ਦਾ ਢੰਗ ਕੀ ਪਤਾ ਲੱਗਿਆ ਹੈ ਕਿ ਇਸ ਹੁਕਮਨਾਮੇ ਦੇ ਹਰ ਪਦੇ ਵਿੱਚ 4-4 ਭਾਗ ਹੋਣਗੇ, ਜਿਹੜੇ ਚਾਰੇ ਜੁੜ ਕੇ ਇੱਕ ਉਪਦੇਸ਼ ਬਣਿਆ ਕਰੇਗਾ। ਇਸ ਹੁਕਮਨਾਮੇ ਦੀ ਵਿਆਖਿਆ ਕਰਨ ਲਈ ਪਹਿਲਾ ਮਹੱਤਵਪੂਰਨ ਨੁਕਤਾ ਕੀ ਸੀ ਕਿ ਉਪਦੇਸ਼ਾਂ ਨੂੰ ਕਿਵੇਂ ਸਮਝਣਾ ਹੈ। ਉਸ ਦਾ ਜਵਾਬ ਸਾਡੇ ਕੋਲ ਆ ਗਿਆ ਹੈ ਕਿ ਇਸ ਨੂੰ ਘਰ ਚੌਥੇ ਅਨੁਸਾਰ ਸਮਝਣਾ ਹੈ। ਹੁਕਮਨਾਮੇ ਦੀ ਵਿਆਖਿਆ ਦਾ ਦੂਜਾ ਮਹੱਤਵਪੂਰਨ ਨੁਕਤਾ ਕੀ ਸੀ ਕਿ ਹੁਕਮਨਾਮੇ ਵਿੱਚ ਉਪਦੇਸ਼ ਕਿੰਨੇ ਹੁੰਦੇ ਹਨ। ਹੁਣ ਇਸ ਦਾ ਜਵਾਬ ਅਸੀਂ ਲੱਭ ਰਹੇ ਹਾਂ ਕਿ ਜਦੋਂ ਸਾਨੂੰ ਇਹ ਪਤਾ ਲੱਗ ਗਿਆ ਕਿ ਹੁਕਮਨਾਮਾ ਇੱਕ ਸ਼ਬਦ ਹੈ, ਤਾਂ ਫਿਰ ਹੁਣ ਕਿੰਨੇ ਉਪਦੇਸ਼ ਹੋਣਗੇ, ਇਹਦਾ ਸੰਬੰਧ ਹੋਏਗਾ ਇਸ ਸ਼ਬਦ ਵਿੱਚ ਪਦੇ ਕਿੰਨੇ ਹਨ ਤੇ ਇਸ ਸ਼ਬਦ ਵਿੱਚ ਰਹਾਉ ਦਾ ਪਦਾ ਹੈ ਕਿ ਨਹੀਂ ਹੈ। ਜੇ ਤਾਂ ਰਹਾਉ ਦਾ ਪਦਾ ਨਹੀਂ ਹੈ ਤਾਂ ਫਿਰ ਜਿੰਨੇ ਪਦੇ ਹਨ ਉਨੇ ਉਪਦੇਸ਼ ਹਨ, ਪਰ ਜੇ ਹੁਕਮਨਾਮੇ ਵਿੱਚ ਰਹਾਉ ਦਾ ਪਦਾ ਵੀ ਹੋਏ ਤੇ ਜਿੰਨੇ ਪਦੇ ਹਨ ਉਨੇ ਉਪਦੇਸ਼ਾਂ ਤੋਂ ਇਲਾਵਾ ਰਹਾਉ ਦੇ ਪਦੇ ਦਾ ਇੱਕ ਹੋਰ ਉਪਦੇਸ਼ ਵੀ ਉਹਨਾਂ ਵਿੱਚ ਸ਼ਾਮਲ ਹੋਏਗਾ। ਇਸ ਤਰ੍ਹਾਂ ਸਾਨੂੰ ਪਤਾ ਲੱਗ ਸਕਦਾ ਹੈ ਕਿ ਹੁਕਮਨਾਮੇ ਵਿੱਚ ਕਿੰਨੇ ਉਪਦੇਸ਼ ਹੁੰਦੇ ਹਨ। ਹੁਕਮਨਾਮੇ ਦੀ ਵਿਆਖਿਆ ਦਾ ਆਖਰੀ ਤੇ ਤੀਜਾ ਮਹੱਤਵਪੂਰਨ ਨੁਕਤਾ ਕੀ ਸੀ ਕਿ ਹੁਕਮਨਾਮੇ ਵਿੱਚ ਉਪਦੇਸ਼ ਕਿਹੜੇ ਹਨ। ਆਓ ਹੁਣ ਦੇਖੀਏ ਕਿ ਹੁਕਮਨਾਮੇ ਦੇ ਕਿਹੜੇ ਉਪਦੇਸ਼ ਹਨ। ਹੁਕਮਨਾਮੇ ਦਾ ਪਹਿਲਾ ਪਦਾ ਇਹ ਹੁਕਮਨਾਮੇ ਦਾ ਪਹਿਲਾ ਉਪਦੇਸ਼ ਹੈ। ਹੁਣ ਇਹ ਉਪਦੇਸ਼ 4 ਭਾਗਾਂ ਨਾਲ ਜੁੜ ਕੇ ਕਿਵੇਂ ਬਣੇਗਾ, ਇਹ ਅਸੀਂ ਦੇਖਣਾ ਹੈ ਤੇ ਹਰ ਭਾਗ ਇੱਕ ਮੁਕੰਮਲ ਵਿਸ਼ਾ ਹੋਏ, ਇਹ ਵੀ ਅਸੀਂ ਦੇਖਣਾ ਹੈ। ਪਹਿਲਾ ਘਰ, ਪਹਿਲਾ ਭਾਗ ਤੇ ਪਹਿਲਾ ਮੁਕੰਮਲ ਵਿਸ਼ਾ। ਹਮ ਭੀਖਕ ਭੇਖਾਰੀ ਤੇਰੇ, ਅਸੀਂ ਹਮ ਤੇਰੇ ਮੰਗਣ ਵਾਲੇ ਮੰਗਤੇ ਹਾਂ। ਇਹ ਆਪਣੇ ਆਪ ਵਿੱਚ ਮੁਕੰਮਲ ਬਾਤ ਹੈ, ਪੂਰਾ ਵਿਸ਼ਾ ਹੈ, तो ਇਹ ਆਪਣੇ ਆਪ ਵਿੱਚ ਇੱਕ ਘਰ ਹੈ, ਪਰ ਇਹ ਮੁਕੰਮਲ ਉਪਦੇਸ਼ ਨਹੀਂ ਹੈ। ਉਪਦੇਸ਼ ਹਾਲੇ ਸੰਪੂਰਨ ਹੋਣਾ ਹੈ। ਇਹ ਹਾਲੇ ਉਸ 4 ਭਾਗਾਂ ਵਿੱਚੋਂ ਪਹਿਲਾ ਭਾਗ ਸਾਡੇ ਕੋਲ ਆਇਆ ਹੈ। ਤੂੰ ਨਿਜਪਤ ਹੈ ਦਾਤਾ, ਤੂੰ ਆਪਣੇ ਆਪ ਵਿੱਚ ਸਾਡਾ ਦਾਤਾ ਹੈ। ਤੋ ਇੱਕ ਘਰ ਹਮ ਦਾ, ਇੱਕ ਘਰ ਤੂੰ ਦਾ, ਇੱਕ ਤੁਕ ਪੂਰੀ ਹੋ ਗਈ ਹੈ, ਪਰ ਉਪਦੇਸ਼ ਪੂਰਾ ਨਹੀਂ ਹੋਇਆ ਹੈ, ਕਿਉਂਕਿ ਉਪਦੇਸ਼ ਘਰ ਚੌਥੇ ਦਾ ਹੈ। 4 ਭਾਗ ਜੁੜਨਗੇ ਤੇ ਇੱਕ ਉਪਦੇਸ਼ ਪੂਰਾ ਹੋਏਗਾ। ਹੋ ਦਇਆਲ ਨਾਮ ਦੇਹੋ ਮੰਗਤ ਜਨ ਕਾਉ, ਇਹ ਆਪਣੇ ਆਪ ਵਿੱਚ ਮੁਕੰਮਲ ਵਿਸ਼ਾ ਹੈ, ਇਸ ਕਰਕੇ ਇਹ ਉਪਦੇਸ਼ ਦਾ ਤੀਜਾ ਘਰ ਹੈ। ਤੇ ਚੌਥਾ ਘਰ ਫਿਰ ਕੀ ਹੋ ਜਾਏ, ਜਿੱਥੇ ਉਪਦੇਸ਼ ਹੁਣ ਪੂਰਾ ਹੋਣਾ ਹੈ। ਸਦਾ ਰਹਾਓ ਰੰਗ ਰਾਤਾ, ਤੇ ਮੇਰੇ ਤੇ ਹੁਣ ਇਸ ਨਾਮ ਦੀ, ਇਸ ਤੁਹਾਡੇ ਅਹਿਸਾਸ ਦੀ ਰੰਗਣ ਮੇਰੇ ਤੇ ਹਰ ਵੇਲੇ ਚੜੀ ਰਹੇ। ਸਦਾ ਰਹਾਓ ਰੰਗ ਰਾਤਾ। ਤੋ ਇਹ ਚੌਥਾ ਭਾਗ ਪਹਿਲੇ 3 ਨਾਲ ਜੁੜੇਗਾ ਤੇ ਹੁਣ ਉਪਦੇਸ਼ ਸੰਪੂਰਨ ਹੋਏਗਾ। ਹਮ ਭੀਖਕ ਭੇਖਾਰੀ ਤੇਰੇ, ਤੂੰ ਨਿਜਪਤ ਹੈ ਦਾਤਾ, ਹੋ ਦਇਆਲ ਨਾਮ ਦੇਹੋ ਮੰਗਤ ਜਨ ਕਾਉ, ਸਦਾ ਰਹਾਓ ਰੰਗ ਰਾਤਾ। तो ये 4 भाग जुड़े ते एक उपदेश पूरा होया। ये उपदेश इस हुक्मनामे दा पहला उपदेश है और ये इस उपदेश नूं समझण दा ढंग कर चौथे अनुसार। हुक्मनामे दा दूजा उपदेश, हुक्मनामे दा दूजा पदा, बहुते फेर भए किरपन कहो। ये मेरे इन निकम्मे बंदे दे बहुत फेर हो गए, हुण जन्मां जन्मांतरां च मैं रुल लिया है। ये बात मुकम्मल है, पर ये पहली कड़ी है, पहला भाग है, पहला घर है। उपदेश हाले संपूर्ण होना है। दूजी बात, अब किछ किरपा कीजै, ये तुहाडी किरपा कीजै, ये दूजा घर है, पर उपदेश हाले भी संपूर्ण नहीं होया। पहली तुक हो गई है, दूजी तुक ते तीजा घर आएगा ते उपदेश जारी रहेगा। हो दयाल दर्शन देहो अपना, ते तुसी दया करो,
अपना दर्शन दियो। ये बात पूरी है, बात मुकम्मल बात है, पर इस सारे उपदेश का एक भाग है। ऐसी बख्श करी जै, बख्शिश इहो जी मैनू चाहिदी है। तो ये उपदेश का चौथा भाग है। तो इयों चारे भाग जुड़े ते एक उपदेश पूरा होया। बहुते फेर पे किरपन कहो, अब किछ किरपा कीजै, हो दयाल दर्शन देहो अपना, ऐसी बख्श करी जै। चारे भाग जुड़े, चारे घर जुड़े, एक उपदेश संपूर्ण होया। ये उपदेश असी गुरु साहिब दे निर्देश अनुसार घर चौथे विच समझिया है। इयों हुक्मनामे दा ये दूजा उपदेश है। तीजा पदा हुक्मनामे दा तीजा उपदेश। भनत नानक परम पट खूले। तो नानक दी जोत इयों कहती है कि मेरे परम भुलेखियां दे परदे खुल गए हैं। तो ये अपने आप विच मुकम्मल बात है, पर उपदेश का एक भाग है। उपदेश हाले जारी है। ये पट किवें खुले हैं? वो दूजा घर है। गुर प्रसादी जानिया, तां भुलेखियां दे उत्तों परदे चके गए हैं। गुर प्रसादी जानिया। तो ये दो बातां होइयां हन, दो घर होए हन, दो अपने आप विच मुकम्मल बातां हन, पर हाले उपदेश दे ये दो भाग हन। एक तुक पूरी हुई है, दूजी तुक विच हाले उपदेश जारी है। साची लिव लागी है पीतरे। तो ये साडा तीजा विशा है, मुकम्मल विशा है, पर ये हाले उसे लड़ी विच ये परोया होया एक तीजा भाग है। चौथा जिथे संपूर्ण होना है उपदेश, सतगुर स्यो मन मानिया। तो हुण ये चारे भाग जुड़े, चारे घर जुड़े, चारे विषय जुड़े ते एक उपदेश संपूर्ण होया। भनत नानक परम पट खूले, गुर प्रसादी जानिया, साची लिव लागी है पीतरे, सतगुर स्यो मन मानिया। साडे कोल एक होर उपदेश प्राप्त होया। ये उपदेश असी घर चौथे विच समझिया है। साडे कोल 3 उपदेश आ गए हैं, पर हाले हुक्मनामे विच रहाओ दा पदा भी है। जेकर चौथा पदा भी घर चौथे विच ही समझना हुंदा तां इस हुक्मनामे विच रहाओ दा पदा नहीं होना सी, क्योंकि चौथे पदे विच कोई गुरु साहिब सानू इहो जिहा उपदेश कर रहे हैं जिसनू समझण दा ढंग घर चौथे तो भिन्न है, घर चौथे तो वखरा है, घर चौथे तो रिहा होया है। इस करके इस पदे दे उत्ते गुरु साहिब ने फ्लैग लाया है, ये सानू दर्शाया है, ये रहाओ दा पदा है, ये इसनू समझण दा ढंग रिहा होया है। किदे तो रिहा होया है? शबद दे बाकी पदां ने समझण दे ढंग तो। बाकी समझण ढंग की है? घर चौथा। इसदा भाव इहदे विच जिहड़ा उपदेश है वो घर चौथे विच नहीं समझिया जाना है। आओ देखिए ये चौथे तो किवें वखरा है, चौथे तो किवें भिन्न है, घर चौथे तो किवें रिहा होया है। रहाओ दा पदा, हाँ बलिहारे जाओ साचे तेरे नाम विटो। मुकम्मल बात है। पहली तुक विच एक घर हो चुका है, दूजी तुक विच देखदे हां किन्ने घर हन। करण कारण सबना का एको, ये अपने आप विच मुकम्मल बात है। दूजा घर, दूजी तुक दा अगला घर, अवर ना दूजा कोई। 3 घर होए हन, पर पदे दी समाप्ति हो गई है। इसदा मतलब उपदेश की समाप्ति हो गई है। इसदा मतलब ये उपदेश दा 3 घरां वाला है। इसदा मतलब इस उपदेश नूं समझण दा ढंग घर चौथा नहीं, घर चौथे तो वखरा, घर चौथे तो भिन्न, घर चौथे तो रिहा होया घर तीजे विच समझना है। इस करके इस पदे दे अगे गुरु साहिब ने रहाओ दा निर्देश सानू दिता है कि बच्चों ध्यान नाल, इत्थे कोई बात वखरी है। इस हुक्मनामे दी व्याख्या दा पहला नुकता, इस हुक्मनामे दे उपदेशां नूं किवें समझना है, घर चौथे अनुसार समझना है।
ਇਸ ਹੁਕਮਨਾਮੇ ਵਿੱਚ ਕਿੰਨੇ ਉਪਦੇਸ਼ ਹਨ? ਇਸ ਹੁਕਮਨਾਮੇ ਵਿੱਚ 4 ਉਪਦੇਸ਼ ਹਨ। ਤੇ ਇਹ ਉਪਦੇਸ਼ ਕਿਹੜੇ ਹਨ? 3 ਉਪਦੇਸ਼ ਪਦਾਂ ਵਾਲੇ ਹਨ, 1 ਉਪਦੇਸ਼ ਰਹਾਉ ਵਾਲਾ ਹੈ। ਤੋ ਇਉਂ ਸਾਡੇ ਕੋਲ ਕਿਵੇਂ ਸਮਝਣੇ ਹਨ, ਕਿੰਨੇ ਹਨ ਤੇ ਕਿਹੜੇ ਹਨ ਦਾ ਜਵਾਬ ਇਸ ਕਰਕੇ ਮਿਲਿਆ ਹੈ ਕਿਉਂਕਿ ਅਸੀਂ ਗੁਰਬਾਣੀ ਅਤੇ ਹੁਕਮਨਾਮੇ ਨੂੰ ਉਸ ਤਰ੍ਹਾਂ ਸਮਝਣ ਦੀ ਕੋਸ਼ਿਸ਼ ਕੀਤੀ ਹੈ ਜਿਸ ਤਰ੍ਹਾਂ ਸਾਨੂੰ ਗੁਰੂ ਸਾਹਿਬ ਸਮਝਣ ਲਈ ਨਿਰਦੇਸ਼ ਕਰ ਰਹੇ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।